ਅੱਜ ਇੱਕ ਨਵਾਂ ਬ੍ਰਿਜ ਜੋ ਕੈਨੇਡਾ ਵਾਲਿਆਂ ਨੇ ਬਣਾਇਆ ਹੈਗਾ। ਕੈਨੇਡਾ ਤੋਂ ਅਮਰੀਕਾ ਦੇ ਵਿਚਾਲੇ ਦਰਿਆ ਦੇ ਉੱਪਰ ਤੇ ਡਿਟਰੋਇਟ ਦੇ ਵਿੱਚ ਹੈਗਾ। ਇਹ ਓਪਨ ਹੋਣਾ ਸੀ। ਕੈਨੇਡਾ ਵਾਲਿਆਂ ਨੇ 1.5 ਮਾਈਲ ਲੰਮਾ ਜਿਹੜਾ 1.5 ਮੀਲ ਲੰਮਾ ਬ੍ਰਿਜ ਜੋ ਡਿਟਰੋਇਟ ਤੇ ਵਿੰਡਸਰ, ਓਨਟਾਰੀਓ ਨੂੰ ਕਨੈਕਟ ਕਰਦਾ ਹੈਗਾ। ਤੇ ਉਹਨਾਂ ਨੇ $6.5 ਬਿਲੀਅਨ ਇਹਦੇ ਉੱਤੇ ਸਪੈਂਡ ਕੀਤੇ ਹੈਗੇ ਆ। ਤੇ ਜਦੋਂ ਹੁਣ ਓਪਨਿੰਗ ਦੇ ਬਿਲਕੁਲ ਲਾਗੇ ਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਅਸੀਂ ਇਹ ਜਿਹੜਾ ਬ੍ਰਿਜ ਆ ਖੋਲ੍ਹਣ ਨਹੀਂ ਦੇਵਾਂਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੱਲ ਇਹ ਥ੍ਰੈਟ ਕੀਤਾ ਵੀ ਜੋ ਓਪਨਿੰਗ ਆਫ ਨਿਊ ਬ੍ਰਿਜ ਯੂਐਸ ਤੇ ਕੈਨੇਡਾ ਨੂੰ ਜਿਹਨੂੰ ਕਨੈਕਟ ਕਰਨਾ, ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਬਿਜ਼ਨਸ ਜਿਹਦੇ ਥਰੂ ਹੋਣਾ ਆ, ਉਹ ਨਹੀਂ ਅਸੀਂ ਓਪਨ ਹੋਣ ਦੇ ਰਹੇ ਜਦੋਂ ਤੱਕ ਕਿ ਕੈਨੇਡਾ ਵਾਲੇ ਜਿਹੜੀਆਂ ਸਾਡੀਆਂ ਟਰਮਸ ਆ ਉਹਨਾਂ ਨੂੰ ਨਹੀਂ ਮੰਨਦੇ ਹੈਗੇ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 1.5 ਮੀਲ ਲੰਮਾ ਬ੍ਰਿਜ ਆ ਜੋ ਡਿਟਰੋਇਟ ਤੇ ਵਿੰਡਸਰ, ਓਨਟਾਰੀਓ ਨੂੰ ਕਨੈਕਟ ਕਰਦਾ ਹੈਗਾ। ਤੇ ਹੁਣ ਬਿਲਕੁਲ ਇਹਦੀ ਜਿਹੜੀ ਕੰਸਟਰਕਸ਼ਨ ਆ ਉਹ ਕੰਪਲੀਟ ਹੋ ਗਈ ਆ। 2018 ਦੇ ਵਿੱਚ ਇਹ ਕੰਸਟਰਕਸ਼ਨ ਸ਼ੁਰੂ ਹੋਈ ਸੀ। ਕਹਿੰਦੇ ਵੀ ਜਦੋਂ ਤੱਕ ਫੁੱਲੀ ਕੰਪਨਸੇਟ ਨਹੀਂ ਕਰਦੇ ਕੈਨੇਡਾ ਵਾਲੇ ਅਮਰੀਕਾ ਨੂੰ ਤੇ ਅਸੀਂ ਇਹ ਬ੍ਰਿਜ ਆ ਖੋਲ੍ਹਣ ਨਹੀਂ ਦਊਂਗੇ। ਤੇ ਕੈਨੇਡਾ ਟਰੀਟਸ ਯੂਨਾਈਟਿਡ ਸਟੇਟਸ ਵਿਦ ਦਾ ਫੇਅਰਨੈਸ ਤੇ ਰਿਸਪੈਕਟ ਦੈਟ ਵੀ ਡਿਜ਼ਰਵ। ਤੇ ਉਹਨਾਂ ਨੇ ਕਿਹਾ ਵੀ ਅਸੀਂ ਇਮੀਡੀਏਟਲੀ ਨੈਗੋਸ਼ੀਏਸ਼ਨ ਕਰਨ ਜਾ ਰਹੇ ਹਾਂ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਪਾਈ ਹੈਗੀ ਆ। ਸੋ ਹੁਣ ਇਹ ਕਲੀਅਰ ਨਹੀਂ ਟਰੰਪ ਹੁਣੀ ਕਿੱਦਾਂ ਬਲੌਕ ਕਰਨਗੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕੈਨੀ ਹੁਣੀ ਇਹ ਕਿਹਾ ਆ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਟਰੰਪ ਹੁਣੀ ਕਲੇਮ ਕਹਿੰਦੇ ਕਰ ਰਹੇ ਆ ਇਨਕਰੈਕਟਲੀ ਵੀ ਕੈਨੇਡਾ ਦੋਨਾਂ ਨੂੰ, ਕੈਨੇਡਾ ਵਾਲੀ ਸਾਈਡ ਨੂੰ ਤੇ ਯੂਐਸ ਵਾਲੀ ਸਾਈਡ ਨੂੰ ਜਿਹੜਾ ਇਹ ਬ੍ਰਿਜ ਓਨ ਕਰਦਾ ਆ। ਹਾਲਾਂਕਿ ਕਹਿੰਦੇ ਵੀ ਇਹ ਯੂਐਸ ਦੇ ਕੌਨਸੈਂਟ ਨਾਲ ਹੀ ਬਣਾਇਆ ਗਿਆ ਸੀ ਤੇ ਕੈਨੇਡਾ ਵਾਲਿਆਂ ਨੇ ਪੈਸੇ ਲਾਏ ਆ ਤੇ ਉਹਦੇ 'ਚ ਹਿੱਸਾ ਜਿਹੜਾ ਅਮਰੀਕਾ ਦਾ ਵੀ ਰੱਖਿਆ ਹੈਗਾ। ਟਰੰਪ ਉਹਨਾਂ ਨੇ ਕਿਹਾ ਵੀ ਜਿਹੜੀ ਸਟੀਲ ਆ ਉਹ ਅਮਰੀਕਾ ਦੀ ਨਹੀਂ ਵਰਤੀ ਗਈ ਹੈਗੀ। ਸੋ ਜਦੋਂ ਇਹ ਬ੍ਰਿਜ ਸ਼ੁਰੂ ਹੋਇਆ ਸੀ ਇਸ ਤੋਂ ਪਹਿਲਾਂ ਇੱਕ ਹੋਰ ਬ੍ਰਿਜ ਜੋ ਹੈਗਾ ਕੈਨੇਡਾ ਦੇ ਤੇ ਅਮਰੀਕਾ ਦੇ ਜੋ ਜੁਆਇੰਟ ਕਰਦਾ ਹੈਗਾ, ਉਹਨਾਂ ਦੀ ਜਿਹੜੀ ਕੰਪਨੀ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਨਹੀਂ ਬਣਨਾ ਨਹੀਂ ਚਾਹੀਦਾ, ਸਾਨੂੰ ਇਹਦਾ ਘਾਟਾ ਹੋਊਗਾ। ਪਰ ਜੋ ਡਿਟਰੋਇਟ ਮਿਸ਼ੀਗਨ ਦੇ ਜਿਹੜੇ ਗਵਰਨਰ ਹੈਗੇ ਆ ਗ੍ਰੈਚਨ ਵਿਟਮਰ, ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਸਾਡੇ ਲਈ ਬਹੁਤ ਜੌਬਸ ਆਣੀਆਂ ਆ। ਜਦੋਂ ਇਹ ਬ੍ਰਿਜ ਖੁੱਲਿਆ ਕਿੰਨੇ ਉੱਥੋਂ ਟੂਰਿਸਟ ਆਣੇ ਆ, ਟਰੱਕਿੰਗ ਹੋਰ ਸਾਰਾ ਕੁਛ ਜਿਹੜਾ ਆ ਉਹ ਆਊਗਾ। ਸੋ ਇਹ ਬਿਜ਼ਨਸ ਦੇ ਲਈ ਦੋਨਾਂ ਮੁਲਕਾਂ ਦੇ ਲਈ ਬੈਟਰ ਹੈਗਾ ਆ। ਸੋ ਕਹਿੰਦੇ ਵੀ 2012 ਦਾ ਜਿਹੜਾ ਐਗਰੀਮੈਂਟ ਹੋਇਆ ਸੀ ਉਹ ਸਟਿਪੂਲੇਟਸ ਕਰਦਾ ਵੀ ਜਿਹੜੀ ਵੀ ਕੋਈ ਆਇਰਨ ਜਾਂ ਸਟੀਲ ਯੂਜ਼ ਕੀਤੀ ਜਾਂਦੀ ਆ ਕੰਸਟਰਕਸ਼ਨ ਦੇ ਵਿੱਚ, ਜਾਂ ਤਾਂ ਉਹ ਯੂਐਸਏ ਜਾਂ ਕੈਨੇਡਾ ਤੋਂ ਹੋਵੇ ਤੇ ਹੋਰ ਕਿਤੋਂ ਬਾਹਰੋਂ ਨਾ ਹੋਵੇ। ਸੋ ਇਹ ਹੁਣ ਕੈਨੇਡਾ ਵਾਲਿਆਂ ਲਈ ਇੱਕ ਨਵੀਂ ਟੈਨਸ਼ਨ ਜਿਹੜੀ ਬਣ ਗਈ ਹੈਗੀ। ਜੀ ਬਿਲਕੁਲ। 2018 ਉਹੀ ਵਕਤ ਆ ਜਦੋਂ ਟਰੰਪ ਹੁਣੀ ਆਪ ਕਾਰਜਕਾਲ ਸੀਗੇ। ਸੋ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਇਹ ਬ੍ਰਿਜ ਬਣਨਾ ਜਿਹੜਾ ਉਹ ਸ਼ੁਰੂ ਹੋਇਆ। ਓਬਵੀਅਸਲੀ ਕੋਈ ਸਮਝੌਤਾ ਹੋਇਆ ਹੋਊਗਾ ਆਪਸ ਦੇ ਵਿੱਚ ਵੀ, ਤਾਂ ਹੀ ਆ। ਇਹ ਤਾਂ ਹੈ ਨਹੀਂ ਵੀ ਇੱਕ ਮੁਲਕ ਚਾਹੁੰਦਾ ਹੋਊ ਵੀ ਪੁੱਲ ਬਣਾ ਦਈਏ ਤੇ ਦੂਜਾ ਕਹਿੰਦੇ ਵੀ ਅਸੀਂ ਜਿਹੜਾ ਬਣਾਉਣ ਨਹੀਂ ਦੇਣਾ। ਉਦੋਂ ਸਹਿਮਤੀ ਦੇ ਨਾਲ ਜਿਹੜਾ ਉਹ ਬਣਿਆ। ਟਰੰਪ ਹੁਣਾਂ ਨੇ ਜਦੋਂ ਤੋਂ ਕੈਨੇਡਾ ਦੇ ਉੱਤੇ ਟੈਰਿਫ ਲਾਉਣੇ ਸ਼ੁਰੂ ਕੀਤੇ, ਕੈਨੇਡਾ ਵਾਲਿਆਂ ਨੇ ਅਮਰੀਕਾ ਵਾਲਿਆਂ ਦੀ ਸ਼ਰਾਬ ਰੱਖਣੀ ਬੰਦ ਕਰਤੀ ਹੈ। ਤੇ ਟਰੰਪ ਹੁਣਾਂ ਨੇ ਆਪਣੇ ਟਵੀਟ 'ਚ ਇਹ ਵੀ ਕਿਹਾ, ਕਹਿੰਦੇ ਜੀ ਅਮਰੀਕਾ ਨੂੰ ਬੜੇ ਬੈਡਲੀ ਟਰੀਟ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਕਈ ਦਹਾਕਿਆਂ ਤੋਂ ਯੂਐਸ ਨੂੰ ਜਿਹੜਾ ਕੈਨੇਡਾ ਆ ਉਹ ਬਹੁਤ ਭੈੜਾ ਜਿਹੜਾ ਉਹ ਟਰੀਟ ਕਰ ਰਿਹਾ ਹੈਗਾ ਆ। ਸੋ ਇਹ ਹੁਣ ਇਸ ਚੀਜ਼ ਨੂੰ ਲੈ ਕੇ ਇਹ ਗੁੱਸੇ ਨੇ। ਇਹ ਟੌਡਲਰ ਵਾਲਾ ਗੁੱਸਾ ਆ ਜਾਂ ਇਹਦੇ ਵਿੱਚ ਕੀ ਇਹਦੇ ਵਿੱਚ ਅਸਲ ਚੀਜ਼ ਹੈਗੀ ਆ, ਇਹ ਤਾਂ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਕੈਨੇਡਾ ਨੂੰ ਜਿਹੜਾ ਹਰਜੋਤ ਸਿੰਘ ਜੀ ਇਹ ਹੁਣ ਕਲੀਅਰ ਕਰ ਦਿੱਤਾ ਵੀ ਜਦੋਂ ਤੋਂ ਅਮਰੀਕਾ ਨੇ ਟਰੰਪ ਹੁਣਾਂ ਦੇ ਜਿਹੜੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਨਵੀਂ ਚਾਲੂ ਕੀਤੀ ਆ, ਨਵੀਂ ਉਸ ਦੇ ਅਧੀਨ ਕੰਮ ਚੱਲ ਰਿਹਾ ਵੈਸਟਰਨ ਹੈਮੀਸਫੀਅਰ ਦੇ ਵਿੱਚ ਆਪਣਾ ਪੂਰਾ ਦਬਦਬਾ। ਕੱਲਾ ਅਮਰੀਕਾ ਹੀ ਮੁਲਕ ਨਹੀਂ, ਵੈਸਟਰਨ ਹੈਮੀਸਫੀਅਰ ਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਆ, ਚਾਹੇ ਉਹ ਦਰਿਆ ਆਉਂਦੇ ਨੇ ਚਾਹੇ ਉਹ ਮਹਾਸਾਗਰ ਆਉਂਦੇ ਨੇ, ਬੇਸਿਕਲੀ ਅਮਰੀਕਾ ਇਹ ਪੇਸ਼ ਕਰ ਰਿਹਾ ਵੀ ਇਹ ਸਾਰਾ ਕੁਛ ਸਾਡੀ ਹੀ ਬੈਕਯਾਰਡ ਆ, ਸਾਡਾ ਹੀ ਇਹ ਜਿਹੜਾ ਉਹ ਹਿੱਸਾ ਆ। ਕੈਨੇਡਾ ਵਾਲੇ ਸੋਚਦੇ ਆ ਹਰਜੋਤ ਸਿੰਘ ਜੀ ਪਾਈਪਲਾਈਨਸ ਬਣਾਉਣ ਦੇ ਲਈ, ਜੇ ਪਾਈਪਲਾਈਨ ਇੱਕ ਦੂਜੇ ਵੱਲ ਨੂੰ ਲੈ ਕੇ ਜਾਣਗੇ ਇੱਕ ਥਾਂ ਤੋਂ, ਕਿਉਂਕਿ ਕੈਨੇਡਾ 'ਚ ਬਥੇਰਾ ਤੇਲ ਆ, ਇਹਦੇ ਵਿੱਚ ਕੋਈ ਜਿਹੜੀਆਂ ਦੋ ਰਾਵਾਂ ਨਹੀਂ, ਪਹਿਲੋਂ ਬਣਨੇ ਦਿੰਦੇ ਰਹੇ ਉੱਥੇ, ਤੇ ਹੁਣ ਜਿਹੜੀਆਂ ਚੀਕਾਂ ਵੀ ਉਹਨਾਂ ਦੀਆਂ ਕੈਨੇਡਾ ਵਾਲਿਆਂ ਦੀਆਂ ਨਿਕਲ ਰਹੀਆਂ ਆ।
ਪਰ ਹੁਣ ਚਾਈਨਾ ਦੇ ਨਾਲ ਜਿਹੜਾ ਸਮਝੌਤਾ ਹੋਇਆ, ਜੇ ਉਹ ਤੋਂ ਤੇਲ ਜਾਣ ਨੂੰ ਗੱਲ ਆਖੀ ਵੀ ਉੱਧਰ ਨੂੰ ਜਾ ਸਕਦਾ ਆ, ਤੇ ਜਿਹੜਾ ਵੈਨੇਜ਼ੁਏਲਾ ਦੇ ਉੱਤੇ ਉਹਨਾਂ ਨੇ ਤੇਲ ਦਾ ਇੱਕ ਹਿਸਾਬ ਦੇ ਨਾਲ ਰੋਕ ਲਾਈ ਹੋਈ ਆ, ਕਿਊਬਾ ਵਾਲਿਆਂ ਦੀਆਂ ਇਸ ਟਾਈਮ ਕਹਿ ਲਓ ਵੀ ਹਾਹਾਕਾਰ ਉੱਥੇ ਮਚੀ ਪਈ ਆ, ਕਿਉਂਕਿ ਤੇਲ ਖਤਮ ਹੋ ਗਿਆ, ਵੈਨੇਜ਼ੁਏਲਾ ਤੋਂ ਉੱਧਰ ਨੂੰ ਜਾ ਨਹੀਂ ਰਿਹਾ। ਉਹਨਾਂ ਨੇ ਮੋਰੀਟੋਰੀਅਮ ਵੀ ਕਾਈਂਡ ਆਫ ਲਾਇਆ ਹੋਇਆ ਆ। ਤੇ ਜੇ ਅਮਰੀਕਾ ਨੇ ਕੈਨੇਡਾ ਨੂੰ ਚਾਈਨਾ ਨੂੰ ਤੇਲ ਹੀ ਨਾ ਵੇਚਣ ਦਿੱਤਾ, ਫਿਰ ਉਹ ਪਾਈਪਲਾਈਨਾਂ ਦਾ ਕੀ ਬਣੂਗਾ? ਸੋ ਵੈਸਟਰਨ ਹੈਮਿਸਫੀਅਰ ਨੂੰ ਆਪਣੀ ਬੈਕਯਾਰਡ ਦੇ ਨੂੰ ਦੱਸ ਕੇ ਵੀ ਇਹ ਸਾਰਾ ਅਮਰੀਕਾ ਹੀ ਇੱਕ ਹਿਸਾਬ ਦੇ ਨਾਲ ਸੇਮ ਹੀ ਆ, ਇਹਦੇ ਨਾਲ ਹੁਣ ਹੋਰ ਮੁਲਕਾਂ ਦੇ ਉੱਤੇ ਵੱਡਾ ਅਸਰ ਆ। ਕੈਨੇਡਾ ਦੇ ਕੋਲ ਆਪਣਾ ਕੋਈ ਨਿਊਕਲੀਅਰ ਜਿਹੜਾ ਹਰਜੋਤ ਸਿੰਘ ਜੀ ਹੈ ਨਹੀਂ ਆ, ਨਾ ਇਹਨਾਂ ਦੇ ਕੋਲ ਆਪਣਾ ਕੋਈ ਹਥਿਆਰ ਹੈਗਾ ਆ। ਇਹਨਾਂ ਕੋਲ ਟੈਕਨੋਲੋਜੀ ਹੈਗੀ ਆ, ਪਰ ਬਣਾਈ ਇਹਨਾਂ ਨੇ ਹੈ ਨਹੀਂ ਆ। ਇਸ ਚੀਜ਼ ਵਾਲੇ ਪਾਸੇ ਨੂੰ ਜਿਹੜੀ ਉਹ ਗਏ ਨਹੀਂ। ਅਮਰੀਕਾ ਦੇ ਉੱਤੇ ਡਿਪੈਂਡੈਂਟ ਇੰਨੇ ਕੁ ਜ਼ਿਆਦਾ ਰਹੇ ਵੀ ਉਹ ਆਪ ਕੁਛ ਕਰਨਾ ਇੱਕ ਹਿਸਾਬ ਦੇ ਨਾਲ ਭੁੱਲੇ ਪਏ ਆ। ਸੋ ਕੈਨੇਡਾ ਦੇ ਲਈ ਇਹ ਬਹੁਤ ਵੱਡੀ ਵੇਕਅਪ ਕਾਲ ਵੀ ਆ ਨਾਲ ਦੇ ਨਾਲ, ਵੀ ਅਮਰੀਕਾ ਦੇ ਨਾਲ ਸਹਿਮਤੀ ਦੇ ਨਾਲ ਬਣੇ ਹੋਏ ਫੁੱਲ ਨੂੰ ਕਹਿੰਦੇ ਵੀ ਮੈਂ ਖੁੱਲਣ ਨਹੀਂ ਦੇਣਾ, ਹੁਣ ਡਾਂਗ ਲੈ ਕੇ ਖੜ ਜਾਣਗੇ ਉੱਥੇ ਟਰੰਪ ਹੋਣੀ ਪਰਲੇ ਪਾਸੇ, ਵੀ ਆ ਚੁੰਗੀ ਨਾ ਇਹ ਕੱਟਣ ਦੇਣੀ ਤੇ ਨਾ ਇੱਧਰੋਂ ਨਹੀਂ ਆਉਣ ਦੇਣਾ ਤੇ ਨਾ ਇੱਧਰ ਨੂੰ ਜਿਹੜਾ ਉਹ ਜਾਣ ਦੇਣਾ। ਪਰ ਇਹ ਆ ਵੀ ਮਸਲਾ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਉਹ ਕਹਿ ਲਓ ਵੀ ਵਿਵਾਦ ਜਿਹੜਾ ਉਹ ਬਣ ਗਿਆ ਆ। ਇੱਥੋਂ ਇਹ ਪਤਾ ਲੱਗਦਾ ਆ ਹਰਜੋਤ ਸਿੰਘ ਜੀ ਵੀ ਅਮਰੀਕਾ ਕੈਨੇਡਾ ਨੂੰ ਕਿੰਨਾ ਜ਼ਿਆਦਾ ਜਿਹੜਾ ਕੰਟਰੋਲ ਕਰਦਾ ਆ, ਤੇ ਕੈਨੇਡਾ ਦਾ ਇੱਕ ਹਿਸਾਬ ਦੇ ਨਾਲ ਆਪਣੀ ਇੱਕ ਹੋਂਦ ਅਮਰੀਕਾ ਤੋਂ ਬਗੈਰ ਉਹ ਬਣੂਗੀ ਨਹੀਂ ਬਣੂਗੀ, ਕੀ ਬਣੂਗਾ, ਇਹਨੂੰ ਲੈ ਕੇ ਕੈਨੇਡੀਅਨਸ ਜ਼ਰੂਰ ਜਿਹੜੇ ਉਹ ਚਿੰਤਤ ਹੋਣਗੇ। ਤੇ ਪਰ ਟਰੰਪ ਹੁਣਾਂ ਦੇ ਇਸ ਫੈਸਲੇ ਦੇ ਨਾਲ ਅਮਰੀਕਾ ਤੇ ਕੈਨੇਡਾ ਦੇ ਵਿੱਚ ਰਿਸ਼ਤੇ ਸੁਧਰਨ ਦੀ ਘੱਟ ਤੇ ਇਹਨਾਂ ਵਿੱਚ ਖਟਾਸ ਆਉਣ ਦੀ ਜਿਹੜੀ ਆ ਉਹ ਟੈਨਸ਼ਨ ਜਿਹੜੀ ਉਹ ਹੋਰ ਵੱਧ ਸਕਦੀ ਆ। ਨੋ ਡਾਊਟ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤਾਂ ਇਹ ਕਹਿ ਰਹੇ ਆ ਵੀ ਜਿਹੜਾ ਵਿੰਡਸਰ ਡਿਟਰੋਇਟ ਬ੍ਰਿਜ ਜਿਨ੍ਹਾਂ ਨੇ ਇਹ ਬ੍ਰਿਜ ਨੂੰ ਰਨ ਕੀਤਾ ਆ, ਵੀ ਬਣਾਇਆ ਆ, ਵੀ ਰਨ ਕਰਨਗੇ, ਵੀ ਉਹ ਕੀ ਇਸ ਦੇ ਵਿੱਚ ਜਿਹੜਾ ਉਹ ਕਰਨਗੇ ਵੀ ਉਹਨੂੰ ਚਾਲੂ ਸ਼ਾਇਦ ਮੇ ਵੀ ਕਰਵਾ ਲੈਣ। ਪਰ ਇਹ ਆ ਵੀ ਕੈਨੇਡਾ ਬਿਲਕੁਲ ਗੋਡੇ ਦੇ ਥੱਲੋਂ ਦੀ ਲੰਘ ਕੇ ਜਾਣ ਵਾਲੀ ਜਿਹੜੀ ਗੱਲ ਹੋਊਗੀ। ਸੋ ਅਹਿਮ ਚੀਜ਼ਾਂ ਜਿਹੜੀਆਂ ਆ ਇਸ ਟਾਈਮ ਜੀਓ ਪੋਲਿਟਿਕਸ ਦੇ ਵਿੱਚ ਵਾਪਰ ਰਹੀਆਂ ਆ। ਅਮਰੀਕਾ ਆਪਣਾ ਜਿਹੜਾ ਵੈਸਟਰਨ ਹੈਮਿਸਫੀਅਰ ਦੇ ਵਿੱਚ ਜਿਹੜਾ ਦਬਦਬਾ ਆ, ਅਜਿਹੀਆਂ ਛੋਟੀਆਂ ਤੋਂ ਵੱਡੀਆਂ ਚੀਜ਼ਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਆਪਣੀ ਰਾਏ ਨੂੰ ਜਾਂ ਆਪਣੀ ਮਰਜ਼ੀ ਜਿਹੜੀ ਉਹ ਕਰਵਾ ਕੇ ਉਹ ਪੇਸ਼ ਕਰ ਰਿਹਾ ਹੈ। ਇਹ ਜਿਹੜਾ 4 ਬਿਲੀਅਨ ਤੋਂ ਲੈ ਕੇ 6 ਬਿਲੀਅਨ ਤੱਕ ਦਾ ਜਿਹੜਾ ਬ੍ਰਿਜ ਬਣਿਆ ਹੈਗਾ ਆ, ਇਹ ਕੈਨੇਡਾ ਦਾ ਇਹ ਬਹੁਤ ਮਸ਼ਹੂਰ ਪਲੇਅਰ ਹੈਗਾ ਆਈਸ ਹਾਕੀ ਦਾ, ਗੋਲਡੀ ਹੋਵੇ, ਉਹਦੇ ਨਾਂ ਦੇ ਉੱਤੇ ਬਣਿਆ ਹੈਗਾ। ਤੇ 2012 ਦੇ ਵਿੱਚ ਮਿਸ਼ੀਗਨ ਤੇ ਕੈਨੇਡਾ ਦਾ ਜੋ ਇਹ ਐਗਰੀਮੈਂਟ ਹੋਇਆ ਸੀ, ਤੇ 2018 ਦੇ ਵਿੱਚ ਇਹ ਸ਼ੁਰੂ ਹੋਇਆ ਸੀ। ਸੋ ਮਿਸ਼ੀਗਨ ਵਰਕਰਸ ਲਈ ਤੇ ਕੈਨੇਡੀਅਨ ਵਰਕਰਸ ਲਈ ਇਹ ਬਹੁਤ ਗੁੱਡ ਹੋਣਾ ਜੇ ਜਦੋਂ ਇਹ ਓਪਨ ਹੋਇਆ ਹੈਗਾ। ਪਰ ਜਿਸ ਹਿਸਾਬ ਦੇ ਨਾਲ ਕੈਨੇਡਾ ਵਾਲਿਆਂ ਨੇ ਇਹ ਕੋਸ਼ਿਸ਼ ਕੀਤੀ ਸੀ ਵੀ ਨਹੀਂ ਚਲੋ ਜੇ ਅਮਰੀਕਾ ਵਾਲਿਆਂ ਨਾਲ ਨਹੀਂ ਸੀ, ਅਸੀਂ ਸਿੱਧੀ ਚਾਈਨਾ ਵਾਲਿਆਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ। ਤੇ ਉਸ ਟਾਈਮ ਦੇ ਉੱਤੇ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਬਿਆਨ ਆਪਣੇ ਦਿੱਤੇ ਸੀ ਵੀ ਚਾਈਨਾ ਵਾਲੇ ਤਾਂ ਕੈਨੇਡਾ ਨੂੰ ਖਾ ਜਾਊਗੇ, ਤੇ ਤੁਸੀਂ ਧਿਆਨ ਦੇ ਨਾਲ ਚੱਲੋ। ਸੋ ਹੁਣ ਇੱਥੇ ਜਿਹੜਾ ਅੜਿੱਕਾ ਨਵਾਂ ਇਹ ਪੈ ਗਿਆ ਹੈਗਾ। ਯੂਐਸ ਦੇ ਟ੍ਰੇਡ ਰਿਪਰੈਜ਼ੈਂਟੇਟਿਵ ਹੈਗੇ ਆ ਜੇਮੀਸਨ ਗਰੀਰ, ਉਹਨਾਂ ਨੇ ਦੱਸਿਆ ਵੀ ਬ੍ਰਿਜ ਦੇ ਬਾਬਤ ਜੋ ਨੈਗੋਸ਼ੀਏਸ਼ਨਸ ਆ, ਇਹ ਰਿਲੇਟਡ ਟੂ ਇਕਨੋਮਿਕ ਐਕਟੀਵਿਟੀ ਆ ਜੋ ਇਹ ਜਨਰੇਟ ਕਰਨੀ ਹੈਗੀ ਆ। ਤੇ ਯੂਐਸ ਨੂੰ ਮੇਕ ਸ਼ੋਰ ਕਰਨਾ ਪਊਗਾ ਵੀ ਜਿਹੜਾ ਫੇਅਰ ਸ਼ੇਅਰ ਕੋਈ ਵੀ ਜਿਹੜਾ ਪ੍ਰੋਸੀਡਸ ਆਉਂਦਾ ਇਸ ਬ੍ਰਿਜ ਤੋਂ ਉਹ ਹੋਣਾ ਬਰਾਬਰ ਹੋਣਾ ਚਾਹੀਦਾ ਹੈਗਾ। ਸੋ ਟਰੰਪ ਉਹਨਾਂ ਨੇ ਇਸ ਉਸ ਟਾਈਮ ਤੋਂ ਹੀ ਟਰੰਪ ਹੁਣੀ ਜਿਹੜੇ ਆ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਲਓ ਕਾਫੀ ਗੁੱਸੇ ਆ, ਜਿਸ ਟਾਈਮ ਤੋਂ ਹੀ ਮਾਰਕ ਕਾਰਨੀ ਹੁਣੀ ਡੈਵੋਸ ਦੇ ਵਿੱਚ ਆਪਣਾ ਸਪੀਚ ਦਿੱਤਾ ਸੀ ਤੇ ਵੀ ਕਹਿੰਦੇ ਸੀ ਵੀ ਜਿਹੜੀਆਂ ਮਿਡਲ ਪਾਵਰਸ ਆ ਉਹਨਾਂ ਨੂੰ ਇਕੱਠੇ ਹੋਣਾ ਪਊਗਾ ਗਲੋਬਲ ਸੁਪਰ ਪਾਵਰਸ ਦੇ ਅਗੇਂਸਟ ਸੱਚ ਐਜ਼ ਯੂਐਸ। ਸੋ ਇਹ ਹੁਣ ਫਿਰ ਦੇਖ ਲਓ, ਕਿਉਂਕਿ ਆਮ ਕੈਨੇਡੀਅਨ ਲੋਕਾਂ ਨੂੰ ਤਾਂ ਪਤਾ ਆ ਵੀ ਜੇ ਅਮਰੀਕਾ ਨਾਲ ਰਿਲੇਸ਼ਨ ਜਿਹੜੇ ਬਦਲਦੇ ਆ, ਸਖਤ ਹੋ ਜਾਂਦੇ ਆ, ਮਾੜੇ ਹੋ ਜਾਂਦੇ ਆ, ਤੇ ਉੱਥੇ ਬਹੁਤ ਬੁਰਾ ਹਾਲ ਹੋਣਾ। ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਟਰੱਕ ਆ ਉਹ ਵੈਨਕੂਵਰ ਵਾਲੀ ਸਾਈਡ ਤੋਂ, ਡੈਟਰੋਇਟ, ਨਿਆਗਰਾ ਫਾਲ ਵਾਲੀ ਸਾਈਡ ਤੋਂ ਆਉਂਦੇ ਹੈਗੇ ਆ। ਤੇ ਜਿੰਨਾ ਬਿਜ਼ਨਸ ਹੁੰਦਾ, ਜਿੰਨਾ ਇੱਥੋਂ ਸਬਜ਼ੀਆਂ ਸਾਰਾ ਕੁਝ ਉੱਤੇ ਜਾਂਦਾ ਹੈਗਾ, ਤੇ ਉਧਰੋਂ ਜਿਹੜੀ ਲੱਕੜ ਆਉਂਦੀ ਹੈਗੀ ਆ, ਲੰਬਰ ਆਉਂਦੀ ਹੈਗੀ ਆ। ਸੋ ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਪੈਣਾ। ਸੋ 49,000 ਚਾਈਨੀਜ਼ ਕਾਰਾਂ ਉਹਨਾਂ ਨੇ ਅਲਾਓ ਕਰ ਦਿੱਤੀਆਂ ਕੈਨੇਡਾ ਵਾਲਿਆਂ ਨੇ ਵੀ ਜੀ ਇਲੈਕਟ੍ਰਿਕ ਕਾਰਾਂ ਉੱਥੇ ਆਊਗੀਆਂ। ਉਹਨੂੰ ਲੈ ਕੇ ਵੀ ਜੋ ਆਪਣਾ ਐਡਮਿਨਿਸਟ੍ਰੇਸ਼ਨ ਆ ਕਾਫੀ ਔਖਾ ਆ।
ਵੀ ਟੈਸਲਾ ਨੂੰ ਜਿਹੜਾ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕੈਨੇਡਾ ਦੇ ਵਿੱਚ ਕੱਲੀ ਉਹਨਾਂ ਨੇ ਅਮਰੀਕਾ ਦੀ ਸ਼ਰਾਬ, ਸਪਿਰਿਟ ਬੈਵਰੇਜਸ, ਅਲਕੋਹਲਿਕ ਪ੍ਰੋਡਕਟ ਨਹੀਂ ਬੰਦ ਕੀਤੇ, ਬਲਕਿ ਸਟੇਟਮੈਂਟਾਂ ਵੀ ਦਿੱਤੀਆਂ। ਉੱਥੇ ਤਾਂ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਮੈਨੂੰ ਇਹ ਹੁੰਦੀ ਆ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਟੀਵੀ ਸਟੇਸ਼ਨ ਜਾਂ ਰੇਡੀਓ ਸਟੇਸ਼ਨਸ ਆ, ਉਹ ਪ੍ਰਚਾਰ ਕਰਦੇ ਵੀ ਨਹੀਂ ਕੈਨੇਡਾ ਦਾ ਸਮਾਨ ਬਾਈ ਕਰੋ, ਅਮਰੀਕਾ ਨੂੰ ਬਾਈਕਾਟ ਕਰੋ। ਜਦ ਕਿ ਮੋਰ ਦੈਨ 60% ਜਿਹੜਾ ਸਮਾਨ ਉੱਥੇ ਯੂਜ਼ ਕਰਦੇ, ਬਲਕਿ ਮੋਸਟਲੀ ਜਿਹੜੇ ਟੀਵੀ ਸਟੇਸ਼ਨਸ ਵੀ ਆ ਉਹ ਅਮਰੀਕਾ ਵਾਲੀ ਦੇਖਦੇ ਹੈਗੇ ਆ। ਸੋ ਆਪਾਂ ਜਿਹੜੇ ਨੋ ਮੈਟਰ ਜੇ ਅਮਰੀਕਾ ਵਾਲੇ ਆ, ਕੈਨੇਡਾ ਵਾਲੇ ਆ, ਜਿਹੜੇ ਪੰਜਾਬੀ ਭੈਣ ਭਰਾ ਹੈਗੇ ਆ, ਆਪਾਂ ਤਾਂ ਚਾਹੁੰਦੇ ਆ ਬਿਲਕੁਲ ਦੋਸਤੀ ਵਾਲਾ ਮਾਹੌਲ ਬਣੇ, ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਾ ਹੋਵੇ ਤੇ ਦੋਨਾਂ ਮੁਲਕਾਂ ਦੀ ਜਿਹੜੀ ਤਰੱਕੀ ਹੋਵੇ। ਜੀ, ਬਿਲਕੁਲ।